वाहिगुरु साहिब जी गुर सिख मीत चलो गुर चाली। जो गुर कहे सोई बल मानो हर हर कथा निराली। धन वाहिगुरु साहिब जी। गौड़ी कबीर जी की नाल रलाए लिखिया महला पंजवा। ऐसो अचरज देखियो कबीर दद कै बोल बरोलै नीर। ऐसो अचरज देखियो कबीर दद कै बोलै बरोलै नीर। रहाओ हरी अंगूरी गधा चरै नित उठ हासै हींगै मरै। माता भैंसा अमूहा जाए खुद खुद चरै रसा तल पाए। कहो कबीर प्रगट भई खेड ले ले को चुंगै नित भेड़। राम रमत मत प्रगटी आई कहो कबीर गुर सोजी पाई। राम रमत मत प्रगटी आई कहो कबीर गुर सोजी पाई। परम सन्मानयोग जुगो जुग अटल चबर तख्त दे मालक साहिब सतगुरु धन धन गुरु ग्रंथ साहिब जी महाराज तिन्हां दी हजूरी अंदर जुड़ मिल बैठे अत सत्कारयोग सन्मानयोग सतसंगी जन आओ गुरमुखो लड़ीवार कथा विचार नाल जुड़िए। लड़ीवार चल रही कथा विचार गौड़ी कबीर जी। आओ गुरमुखो विचारां दी आरंभता करन तो पहला सारी संगत आखो वाहिगुरु जी का खालसा वाहिगुरु जी की फतेह। कबीर जी ने इस शब्द अंदर बड़ी प्यारी ते बड़ी कीमती विचार साडे सन्मुख रखी है। कुछ उदाहरणा कुछ अलंकार कुछ प्रतीक वरत के कबीर जी ने जिंदगी जिउण दा एक ढंग दस्सिया। सतगुरु कबीर जी कह रहे ने जद ताई मनुख गुरु तो बेमुख है ते नाम नहीं जपदा नाम ध्याउंदा नहीं है तद तक इसकी अकल है भ्रिष्ट ही रहिंदी है। बेकारी मन पिछे लग्या फिरदा है। गुरु की मेहर नाल नाम जप के बुद्धि मन के पिछे तुरनों हट जाती है। इनू ध्यान नाल समझो विचारियो। सतगुरु कबीर जी इत्थे गल करते हैं जी आपां पढ़िया सी उपर सरलेख गौड़ी कबीर जी नाल रलाए लिखिया महला पंजवा। ये शब्द विच गुरु अर्जन साहब जी भी अपना विचार रख रहे ने उन्हां दी भी पंक्तियां ने अते कबीर जी का भी ये शब्द है। भगत कबीर जी ते गुरु अर्जन साहब जी का एक साझा शब्द है। हुण इत्थे ये गल क्लीयर हो गई सानू बहुत वड्डी गल जिहड़ी कि जिन्नी भी भगत बाणी है गुरु अर्जन साहब महाराज ने आप खुद दर्ज की है। जिथे लोड़ पैंदी शब्द की किहड़े राग दे अंदर किस तरह ये बाणी दर्ज करनी सारा कुछ महाराज ने आप अपने हत्थां राहीं कीता है।
ਕਬੀਰ ਜੀ ਕਹਿ ਰਹੇ ਨੇ, ਐਸੋ ਅਚਰਜ ਦੇਖਿਓ ਕਬੀਰ, ਦਦ ਕੈ ਭੋਲੇ ਬਰੋਲੇ ਨੀਰ। ਭਗਤ ਕਬੀਰ ਜੀ ਕਹਿੰਦੇ, ਇੱਕ ਮੈਂ ਐਸਾ ਅਜੀਬ ਤਮਾਸ਼ਾ ਵੇਖਿਆ ਕਿ ਜੀਵ ਦਹੀਂ ਦੇ ਭੁਲੇਖੇ, ਦੁੱਧ ਦੇ ਭੁਲੇਖੇ ਪਾਣੀ ਨੂੰ ਰਿੜਕੀ ਜਾਂਦੇ ਨੇ। ਇਹ ਬਹੁਤ, ਜਦੋਂ ਸੰਸਾਰ ਅੰਦਰ ਵੇਖੋਗੇ ਨਾ ਜੀ, ਬਹੁਤੇ ਸੰਸਾਰ ਨੇ ਪਾਣੀ ਅੰਦਰ ਮਧਾਣੀ ਪਾਈ ਹੋਈ ਹੈ। ਤੁਸੀਂ ਪਾਣੀ ਨੂੰ ਭਾਵੇਂ ਦਿਨ ਰਾਤ ਰਿੜਕੀ ਜਾਓ, ਪਾਣੀ ਵਿੱਚੋਂ ਕੁਝ ਨਿਕਲਦਾ ਜੀ? ਨਹੀਂ ਨਿਕਲਦਾ। ਹੁਣ ਇਹਨੂੰ ਧਿਆਨ ਨਾਲ ਸਮਝੋ, ਬਹੁਤੇ ਕਰਮ ਅਸੀਂ ਪਾਣੀ 'ਚ ਮਧਾਣੀ ਵਾਲੇ ਕਰਦੇ ਹਾਂ। ਬਹੁਤੇ ਕੰਮ, ਜਿਨ੍ਹਾਂ ਕੰਮਾਂ 'ਚ ਕੁਝ ਪ੍ਰਾਪਤ ਨਹੀਂ ਹੁੰਦਾ, ਜਿਨ੍ਹਾਂ ਕੰਮਾਂ 'ਚ ਟਾਈਮ ਬਰਬਾਦ ਹੁੰਦਾ, ਸਮਾਂ ਖਰਾਬ ਹੁੰਦਾ, ਉਹ ਕੰਮ ਪਾਣੀ 'ਚ ਮਧਾਣੀ ਨੇ ਜੀ। ਧਰਮ ਦੇ ਦਾਇਰੇ ਅੰਦਰ ਗੱਲ ਕਰੋ, ਧਰਮ ਦੇ ਦਾਇਰੇ ਅੰਦਰ ਵੇਖ ਲਓ, ਅੱਜ ਵੀ ਅਸੀਂ ਪਾਣੀ 'ਚ ਮਧਾਣੀ ਪਾ ਕੇ ਬੈਠੇ ਹਾਂ, ਭਾਵੇਂ ਅਸੀਂ ਖੰਡੇ ਬਾਟੇ ਦੀ ਪੌਲ ਛਕ ਲਈ ਹੈ। ਮਾਫ਼ ਕਰਨਾ ਜੀ, ਗੱਲ ਕਹਿਣ ਲੱਗਿਆ, ਹਾਲੇ ਵੀ ਪਾਣੀ 'ਚ ਮਧਾਣੀ ਪਾਈ ਹੋਈ ਹੈ। ਸਾਰਿਆਂ ਦੀ ਗੱਲ ਨਹੀਂ ਮੈਂ ਕਰਦਾ, ਬਹੁਤ ਸੂਝਵਾਨ ਨੇ ਜਿਹੜੇ ਸਮਝਦੇ ਨੇ, ਵਿਚਾਰਵਾਨ ਨੇ, ਜਿਨ੍ਹਾਂ ਦੀ ਜ਼ਿੰਦਗੀ ਅੰਦਰ ਪਲਟਾ ਵੀ ਆ ਰਿਹਾ। ਨਹੀਂ ਤਾਂ ਅੱਜ ਵੀ ਬਹੁਤੇ ਲੋਕ ਪਾਣੀ ਅੰਦਰ ਮਧਾਣੀ ਕਿਵੇਂ ਪਾ ਕੇ ਬੈਠੇ ਨੇ ਵੀ ਕਿੰਨੇ ਕਰਮ ਕਾਂਡ, ਕਿੰਨੀਆਂ ਮੱਤਾਂ, ਮਨਮੱਤਾਂ ਅਸੀਂ ਕਰਦੇ ਹਾਂ, ਨਾਲੇ ਪਤਾ ਹੈ ਵੀ ਇੱਥੋਂ ਕੁਝ ਨਿਕਲਣਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਤੋਂ ਸਿਵਾਏ, ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਸਿਵਾਏ ਅਸੀਂ ਕਿਤੇ ਹੋਰ ਥਾਂ ਸਿਰ ਝੁਕਾਉਂਦੇ ਹਾਂ, ਹੋਰ ਨੂੰ ਆਪਣੀ ਜ਼ਿੰਦਗੀ ਅੰਦਰ ਥਾਂ ਦੇ ਦਿੱਤੀ ਹੈ। ਇਹ ਪਾਣੀ 'ਚ ਮਧਾਣੀ ਹੈ। ਇਸ ਵਿਚਾਰ ਨੂੰ ਜਦੋਂ ਸਹਿਜ ਨਾਲ ਸੁਣਾਂਗੇ, ਵਿਚਾਰਾਂਗੇ, ਫਿਰ ਸਾਡਾ ਮਨ ਜਾਗੂਗਾ। ਗੁਰਮਤਿ ਵਿਚਾਰਾਂ ਦਾ ਵਿਰੋਧ ਪਤਾ ਕੌਣ ਕਰਦਾ ਹੈ? ਗੁਰੂ ਦੀ ਗੱਲ ਦਾ ਵਿਰੋਧ ਪਤਾ ਕੌਣ ਕਰਦਾ ਹੈ? ਸਤਿਗੁਰ ਮਹਾਰਾਜ ਕਹਿੰਦੇ, ਸੁਣੀ ਨਾ ਜਾਏ ਸੱਚ ਅੰਮ੍ਰਿਤ ਕਾਥਾ, ਰਾਰ ਕਰਤ ਝੂਠੀ ਲਗਾਥਾ। ਝਗੜਾ ਕੌਣ ਪਾਉਂਦਾ? ਜਿਹਨੂੰ ਇਹ ਗੱਲ ਹਜ਼ਮ ਨਹੀਂ ਹੁੰਦੀ। ਅੱਜ ਸੰਸਾਰ ਅੰਦਰ ਝਾਤ ਮਾਰ ਕੇ ਵੇਖੋ, ਝਗੜਾ ਪਾਉਣ ਵਾਲੇ ਕੌਣ ਨੇ? ਖੰਡੇ ਬਾਟੇ ਦੀ ਪੌਲ ਵੀ ਲਈ ਹੈ, ਅੰਮ੍ਰਿਤਪਾਨ ਵੀ ਕੀਤਾ ਹੋਇਆ ਹੈ, ਪਰ ਉਹਨਾਂ ਨੂੰ ਗੁਰਬਾਣੀ ਦੀ ਗੱਲ ਹਜ਼ਮ ਨਹੀਂ ਹੁੰਦੀ, ਕਿਉਂਕਿ ਉਹਨਾਂ ਲੋਕਾਂ ਨੇ ਪਾਣੀ ਅੰਦਰ ਮਧਾਣੀ ਪਾਈ ਹੈ। ਕਦੇ ਚਾਰ ਇੱਟਾਂ ਨੂੰ ਪੂਜ ਲਿਆ, ਕਦੇ ਕਿਸੇ ਦਰਖਤ ਨੂੰ ਪੂਜ ਲਿਆ, ਕਦੇ ਕਿਸੇ ਚੀਜ਼ ਨੂੰ ਪੂਜ ਲਿਆ। ਕਬੀਰ ਜੀ ਕਹਿੰਦੇ ਪਾਣੀ 'ਚ ਮਧਾਣੀ ਆ, ਇਹ ਕਰਮ ਕਾਂਡ ਨੇ। ਕਿਤੇ ਕਿਸੇ ਚੌਂਕੀ ਭਰਨ ਚਲੇ ਗਏ, ਪਾਣੀ 'ਚ ਮਧਾਣੀਆਂ ਜੀ, ਇਹ ਕਰਮ ਕਾਂਡ ਨੇ। ਕਬੀਰ ਜੀ ਨੇ ਤਾਂ ਕਰਕੇ ਕਿਹਾ, ਇਹ ਅਚਰਜ ਦੇਖਿਆ ਮੈਂ, ਕਬੀਰ ਜੀ ਕਹਿੰਦੇ ਦੁਨੀਆ ਅੰਦਰ ਐਸੋ ਅਚਰਜ ਦੇਖਿਓ ਕਬੀਰ। ਕਬੀਰ ਜੀ ਕਹਿੰਦੇ ਮੈਂ ਹੈਰਾਨ ਹੋ ਜਾਣਾ, ਮੈਂ ਹੈਰਾਨ ਹੋ ਗਿਆ। ਦਦ ਕੈ ਭੋਲੇ ਬਰੋਲੇ ਨੀਰ। ਦਹੀਂ ਨੂੰ ਤਾਂ ਕੀ ਰਿੜਕਣਾ ਸੀ, ਦੁੱਧ ਨੂੰ ਤਾਂ ਕੀ ਰਿੜਕਣਾ ਸੀ, ਲੋਕ ਪਾਣੀ ਨੂੰ ਰਿੜਕੀ ਜਾਂਦੇ ਨੇ। ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ, ਤਰ੍ਹਾਂ ਤਰ੍ਹਾਂ ਦੀਆਂ ਮਨਮੱਤਾਂ, ਤਰ੍ਹਾਂ ਤਰ੍ਹਾਂ ਦੀਆਂ ਮਰਿਆਦਾਵਾਂ, ਰੀਤਾਂ ਕੁਰੀਤਾਂ ਕਿੰਨੀਆਂ ਲਾਗੂ ਹੋ ਗਈਆਂ। ਇਹ ਸਭ ਪਾਣੀ 'ਚ ਮਧਾਣੀਆਂ ਜੀ। ਗੁਰੂ ਤੋਂ ਬੇਮੁਖ ਹੁੰਦੇ ਜਾ ਰਹੇ ਹਾਂ, ਗੁਰੂ ਦੀ ਗੱਲ ਸਮਝਦੇ ਨਹੀਂ, ਧਿਆਨ ਨਹੀਂ ਦਿੰਦੇ। ਇਹ ਪਾਣੀ 'ਚ ਮਧਾਣੀ ਹੈ। ਸਤਿਗੁਰੂ ਕਬੀਰ ਜੀ ਇਹ ਗੱਲ ਕਹਿ ਰਹੇ ਨੇ, ਧੰਨ ਗੁਰੂ ਅਰਜਨ ਸਾਹਿਬ ਜੀ ਵੀ ਇਸ ਸ਼ਬਦ ਦੀ ਹਾਮੀ ਭਰ ਰਹੇ ਨੇ, ਆਪਣਾ ਵਚਨ ਕਹਿ ਰਹੇ ਨੇ। ਅਗਲਾ ਜਿਹੜਾ ਉਹਨਾਂ ਨੇ ਪੱਖ ਰੱਖਿਆ ਜੀ, ਸਤਿਗੁਰੂ ਕਬੀਰ ਜੀ ਕਹਿੰਦੇ, ਹਰੀ ਅੰਗੂਰੀ ਗਧਾ ਚਰੈ, ਨਿਤ ਉਠਾਸੈ ਹਿੰਗੈ ਮਰੈ। ਹੁਣ ਗਧਾ ਸਾਰਿਆਂ ਨੇ ਵੇਖਿਆ ਜੀ, ਆਪਾਂ ਨੇ। ਕਬੀਰ ਦੇ ਟਾਈਮ ਵੀ ਗਧਾ ਹੈਗਾ ਸੀ, ਬਾਬਾ ਕਬੀਰ ਜੀ ਦੇ ਟਾਈਮ। ਬਾਬੇ ਕਬੀਰ ਨੇ ਇੱਕ ਗਧੇ ਨੂੰ ਵੇਖਿਆ, ਗਧੇ ਨੂੰ ਵੇਖ ਕੇ ਬਾਣੀ ਦਾ ਸ਼ਬਦ ਲਿਖ ਦਿੱਤਾ। ਬਾਬੇ ਕਬੀਰ ਨੇ ਗਧੇ ਦੀਆਂ ਹਰਕਤਾਂ ਨੂੰ ਜਦੋਂ ਵੇਖਿਆ ਨਾ, ਬਾਬੇ ਕਬੀਰ ਨੇ ਗਧੇ ਦਾ ਨਾਮ ਬਾਣੀ ਵਿੱਚ ਲਿਖ ਦਿੱਤਾ। ਹੁਣ ਇਹ ਗੱਲ ਚੇਤੇ ਰੱਖਿਓ, ਬਾਬੇ ਕਬੀਰ ਨੇ ਬਾਣੀ ਕਿਸੇ ਗਧੇ ਵਾਸਤੇ ਨਹੀਂ ਲਿਖੀ। ਗੁਰੂ ਅਰਜਨ ਸਾਹਿਬ ਨੇ ਮੁਬਾਰਕ ਬਾਣੀ ਕਿਸੇ ਗਧੇ ਵਾਸਤੇ ਨਹੀਂ ਲਿਖੀ ਵੀ ਗਧੇ ਮੂਹਰੇ ਬਾਣੀ, ਤੁਸੀਂ ਉਹਨਾਂ ਮੂਹਰੇ ਕਿੰਨੀ ਮਰਜ਼ੀ ਬਾਣੀ ਪੜ੍ਹੀ ਜਾਓ ਜੀ। ਇੱਥੇ ਤਾਂ ਕਬੀਰ ਜੀ ਕਹਿ ਰਹੇ ਨੇ, ਮਨੁੱਖ ਦਾ ਮਨ ਗਧੇ ਵਰਗਾ ਹੋ ਗਿਆ, ਕਦੇ ਧਿਆਨ ਹੀ ਨਹੀਂ ਦਿੰਦਾ, ਕਦੇ ਸੁਣਦਾ ਨਹੀਂ ਹੈ। ਕਿੰਨਾ ਇਹਨੂੰ ਪਾਠ ਸੁਣਾ ਦਿੱਤਾ, ਕਿੰਨੀ ਇਹਨੂੰ ਵਿਚਾਰ ਸੁਣਾ ਦਿੱਤੀ। ਗੁਰੂ ਸਾਹਿਬ ਜੀ ਰੋਜ਼ਾਨਾ ਆਵਾਜ਼ ਮਾਰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਇਹ ਮਨ ਕੀ ਹੈ ਜੀ? ਗਧਾ। ਮਨ ਗਧੇ ਵਰਗਾ ਹੋ ਗਿਆ, ਸੁਣਦਾ ਹੀ ਨਹੀਂ ਹੈ, ਆਪਣੀ ਮਸਤੀ 'ਚ।
ਇੱਥੇ ਸਤਿਗੁਰ ਮਹਾਰਾਜ ਕਿਸੇ ਗਧੇ ਨੂੰ ਨਹੀਂ ਕਹਿ ਰਹੇ ਗੱਲ। ਚੇਤੇ ਕਰਿਓ, ਜੀਵ ਦਾ ਮਨ ਆ ਨਾ ਜਿਹੜਾ ਗਧੇ ਵਰਗਾ ਹੋ ਗਿਆ, ਚੰਗਾ ਚੰਗਾ ਵਹਿੰਦਾ ਹੈ ਦੁਨੀਆ ਦੇ ਅੰਦਰ, ਸੰਸਾਰ ਅੰਦਰ, ਕਿਵੇਂ ਆਪਣਾ ਮਨ ਨਸ਼ੇ ਵਿੱਚ ਗਲਤਾਨ ਹੈ। ਮਨ ਨੂੰ ਨਸ਼ੇ ਵਿੱਚ ਲਾ ਕੇ, ਭੈੜੇ ਪਾਸੇ ਲਾ ਕੇ, ਗਲਤ ਪਾਸੇ ਲਾ ਕੇ ਇਹ ਮਨੁੱਖ ਵੀ ਕਿੰਨਾ ਉੱਚੀ ਉੱਚੀ ਹੱਸਦਾ। ਅਕਸਰ ਤੁਸੀਂ ਵੇਖੋ ਜੀ, ਕਈ ਵਾਰ ਆਪਾਂ ਸੰਸਾਰ ਅੰਦਰ ਜਦੋਂ ਝਾਤ ਮਾਰ ਕੇ ਵੇਖਦੇ ਆ ਨਾ, ਕਿਸੇ ਰਿਸ਼ਤੇ ਦੀ ਗੱਲ ਕਰ ਲਓ, ਕਿਸੇ ਪਰਿਵਾਰਕ ਤੌਰ ਤੇ ਭਾਵੇਂ ਗੱਲ ਕਰ ਲਓ, ਜਦੋਂ ਕੋਈ ਰਿਸ਼ਤਾ ਟੁੱਟਦਾ ਨਾ, ਕਈ ਲੋਕ ਹੱਸਦੇ ਬਹੁਤ ਨੇ। ਜਦੋਂ ਕੋਈ ਸਾਡਾ ਆਪਣਾ ਵਿਛੜਦਾ, ਆਪਣੇ ਤੋਂ ਕੋਈ ਟੁੱਟ ਜਾਂਦਾ ਨਾ, ਕਈ ਲੋਕ ਬਹੁਤ ਮਜ਼ਾਕ ਕਰਦੇ ਨੇ, ਹੱਸਦੇ ਨੇ। ਉਹਨਾਂ ਦੀ ਹਾਲਤ ਪਤਾ ਕਿਹਦੇ ਵਰਗੀ, ਕਦੇ ਵਰਗੀ ਹਾਲਤ ਹੈ। ਕਬੀਰ ਜੀ ਕਹਿ ਰਹੇ ਨੇ, ਸਤਿਗੁਰੂ ਮਹਾਰਾਜ ਨੇ ਇਹ ਵੀ ਕਿਹਾ ਨਾ ਬਾਣੀ ਅੰਦਰ, ਇਹ ਪੜੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਜੇ ਤੇਰੇ ਪੜੋਸੀ ਨਾਲ, ਤੇਰੇ ਗੁਆਂਢੀ ਨਾਲ ਇਹ ਗੱਲ ਵਾਪਰ ਗਈ, ਕਈ ਵਾਰ ਤੇਰੇ ਘਰ ਵੀ ਇਹ ਹੋ ਸਕਦਾ ਹੈ। ਕਿਸੇ ਦਾ ਮਜ਼ਾਕ ਨਹੀਂ ਉਡਾਈਦਾ, ਕਿਸੇ ਨੂੰ ਵੇਖ ਕੇ ਹੱਸਿਆ ਨਹੀਂ ਕਰਦੇ ਵੀ ਫਲਾਣੇ ਨਾਲ ਐਂ ਬਣ ਗਿਆ, ਉਹਦੇ ਨਾਲ ਐਂ ਬਣ ਗਿਆ। ਤੇਰੇ ਨਾਲ ਵੀ ਕੁਝ ਨਾ ਕੁਝ ਕਿਤੇ ਵਾਪਰ ਸਕਦਾ ਹੈ। ਕਬੀਰ ਜੀ ਕਹਿੰਦੇ ਇਸ ਕਰਕੇ ਮਨ ਗਧਾ ਹੋ ਗਿਆ। ਗਧੇ ਦਾ ਕੰਮ ਕੀ, ਹਰੀ ਅੰਗੂਰੀ ਹਰਾ ਹਰਾ ਘਾਹ ਚਰੀ ਜਾਂਦਾ, ਚਰੀ ਜਾਂਦਾ। ਬਾਅਦ ਵਿੱਚ ਜਦੋਂ ਚਰਦਾ ਨਾ, ਚਰ ਕੇ ਉਹ ਰੱਜ ਲਿਆ, ਪੇਟ ਭਰ ਲਿਆ, ਫਿਰ ਹੀਂਗ ਦਿੰਦਾ। ਹੀਂਗਦਾ, ਬਹੁਤ ਜ਼ਿਆਦਾ ਹੀਂਗਦਾ। ਖੇਤ ਦੇ ਮਾਲਕ ਨੂੰ ਪਤਾ ਲੱਗ ਜਾਂਦਾ। ਚਰ ਤਾਂ ਲਿਆ ਪਰ ਟਿਕਿਆ ਨਹੀਂ ਗਿਆ ਉਹਦੇ ਕੋਲ, ਖਾ ਤਾਂ ਲਿਆ, ਖਾ ਕੇ ਪਚਾਇਆ ਨਹੀਂ ਗਿਆ। ਫਿਰ ਖੇਤ ਦੇ ਮਾਲਕ ਨੂੰ ਪਤਾ ਲੱਗਿਆ, ਫਿਰ ਉਹਦੇ ਡਾਂਗਾਂ ਵੀ ਵਰਦੀਆਂ ਨੇ। ਸਾਡਾ ਮਨ ਵੀ ਇਸ ਤਰ੍ਹਾਂ ਦੀ ਹੈ। ਬਹੁਤ ਕੁਝ ਪ੍ਰਾਪਤ ਕਰ ਲਿਆ, ਬਹੁਤ ਕੁਝ ਪਾ ਲਿਆ, ਬਹੁਤ ਕੁਝ ਲੈ ਲਿਆ, ਪਰ ਇਹਦੇ ਕੋਲ ਹਾਜ਼ਮ ਨਹੀਂ ਹੁੰਦਾ। ਇਹ ਵੀ ਹੀਂਗਦਾ, ਮਨ ਵੀ ਹੀਂਗਦਾ। ਫਿਰ ਮਾਲਕ ਦੇ ਘਰੋਂ ਚੋਟਾਂ ਪੈਂਦੀਆਂ ਨੇ, ਮਾਲਕ ਦੇ ਦਰ ਤੋਂ ਚੋਟਾਂ ਪੈਂਦੀਆਂ ਨੇ। ਸਤਿਗੁਰੂ ਮਹਾਰਾਜ ਕਹਿੰਦੇ ਹਰੀ ਅੰਗੂਰੀ ਗਧਾ ਚਰੈ, ਨਿਤ ਉਠਾਸ ਹਿੰਗੈ ਮਰੈ। ਅੱਗੇ ਮਹਾਰਾਜ ਕਹਿੰਦੇ ਮਾਤਾ ਭੈਂਸਾ। ਤੁਸੀਂ ਕਹੋਗੇ ਜੀ ਬਾਬੇ ਕਬੀਰ ਨੇ ਕਿਹੋ ਜਿਹੇ ਸ਼ਬਦ ਵਰਤੇ ਨੇ। ਮਾਤਾ ਭੈਂਸਾ ਅਮੂਹਾਂ ਜਾਏ, ਕੁਦ ਕੁਦ ਚਰੈ ਰਸਾਤਲ ਪਾਏ। ਮਾਤਾ ਭੈਂਸਾ ਦਾ ਅਰਥ ਕੀ ਹੁੰਦਾ ਜੀ? ਮਸਤਿਆ ਹੋਇਆ ਝੋਟਾ ਮਨ, ਮਸਤਿਆ ਹੋਇਆ ਝੋਟਾ ਅਮੂਹਾਂ, ਬੇਮੂਹਾਂ। ਜਿੱਧਰ ਜਾਣਾ ਨਹੀਂ ਉੱਧਰ ਜਾਂਦਾ ਹੈ। ਕਬੀਰ ਜੀ ਕਹਿੰਦੇ ਮਨ ਵੀ ਹੋ ਜਿਹਾ ਮਸਤੇ ਹੋ ਝੋਟੇ ਵਰਗਾ, ਜਿੱਧਰ ਰੋਕਦੇ ਆ ਨਾ ਇਹ ਮਨ ਉੱਧਰ ਡਿੱਗਦਾ ਹੈ। ਰਸਾਤਲ ਦੇ ਟੋਏ ਅੰਦਰ, ਵਿਕਾਰਾਂ ਅੰਦਰ, ਕਰਮ ਕਾਂਡਾਂ ਦੇ ਅੰਦਰ, ਵਹਿਮਾਂ ਭਰਮਾਂ ਦੇ ਅੰਦਰ, ਸਰੀਰਾਂ ਦੀ ਪੂਜਾ, ਕਰੀਰਾਂ ਦੀ ਪੂਜਾ, ਮਸਤਿਆ ਹੋਇਆ ਭੈਂਸਾ। ਕੀ ਕਰੀਏ, ਮਨ ਮਸਤ ਗਿਆ। ਸਤਿਗੁਰ ਕਬੀਰ ਜੀ ਕਹਿੰਦੇ ਮਾਤਾ ਭੈਂਸਾ ਅਮੂਹਾਂ ਜਾਏ, ਕੁਦ ਕੁਦ ਚਰੈ। ਮਸਤ ਕਿੰਨਾ ਹੈ, ਕੁੱਦਦਾ ਵੀ ਹੈ ਨਾਲੇ ਚਰਦਾ ਵੀ ਹੈ। ਰਸਾਤਲ ਪਾਏ। ਸਤਿਗੁਰ ਕਬੀਰ ਜੀ ਕਹਿੰਦੇ ਫਿਰ ਵਿਕਾਰਾਂ ਦੇ ਟੋਏ ਵਿੱਚ, ਨਰਕ ਵਿੱਚ ਵੀ ਪੈਂਦਾ। ਇਹੀ ਹੈ ਨਾ, ਕੁੱਦ ਕੇ ਚਰਿਆ, ਬੜਾ ਮਸਤੀ ਕੀਤੀ, ਪਰ ਫਿਰ ਰਸਾਤਲ ਦੇ ਟੋਏ ਵਿੱਚ ਡਿੱਗ ਗਿਆ। ਚੇਤੇ ਕਰਿਓ, ਜਿਵੇਂ ਪਿੱਛੇ ਆਪਾਂ ਗੱਲ ਕਰ ਰਹੇ ਸੀ, ਬਾਣੀ ਕਿਸੇ ਝੋਟੇ ਵਾਸਤੇ ਨਹੀਂ, ਕਿਸੇ ਪਸ਼ੂ ਵਾਸਤੇ ਨਹੀਂ ਹੈ। ਕਬੀਰ ਜੀ ਤੁਲਨਾ ਕਰਦੇ ਨੇ, ਬੰਦੇ ਦਾ ਮਨ ਵੀ ਇਸ ਤਰ੍ਹਾਂ ਦਾ ਬਣ ਜਾਂਦਾ ਹੈ। ਕਿੰਨਾ ਕੁਝ ਉਜਾੜਾ ਕਰਦਾ, ਕਿੰਨਾ ਕੁਝ ਉਜਾੜ ਲੈਂਦਾ ਹੈ। ਜਦੋਂ ਬੰਦਾ ਕੰਟਰੋਲ ਤੋਂ ਬੇਕੰਟਰੋਲਾ ਹੋ ਜੇ ਨਾ, ਇੱਕ ਤਾਂ ਹੁੰਦਾ ਵੀ ਬੰਦਾ ਲਿਮਟ 'ਚ ਆ, ਬੰਦਾ ਕੰਟਰੋਲ 'ਚ ਹੈ। ਜਦੋਂ ਕੰਟਰੋਲ ਤੋਂ ਬਾਹਰ ਹੋ ਜਾਂਦਾ ਮਨ ਜੀ, ਇਹ ਬਹੁਤ ਵਿਗਾੜ ਪਾਉਂਦਾ। ਤੁਸੀਂ ਵੇਖੋਗੇ ਨਾ, ਕੰਟਰੋਲ ਤੋਂ ਹੋਇਆ ਮਨ ਜਦੋਂ ਬਾਹਰ, ਕਿੰਨੀਆਂ ਰਿਸ਼ਤੇਦਾਰੀਆਂ, ਕਿੰਨੇ ਨਾਤੇ ਟੁੱਟ ਜਾਂਦੇ ਨੇ। ਮਸਤ ਗਿਆ ਨਾ ਮਨ। ਅੱਗੇ ਸਤਿਗੁਰ ਕਬੀਰ ਜੀ ਅਗਲਾ ਜਿਹੜਾ ਵਚਨ ਕਹਿ ਰਹੇ ਨੇ, ਕਹੋ ਕਬੀਰ ਪ੍ਰਗਟ ਭਈ ਖੇਡ। ਕਬੀਰ ਜੀ ਕਹਿੰਦੇ ਖੇਡ ਸਾਰੀ ਪ੍ਰਗਟ ਹੋ ਗਈ। ਜਿਹੜੀ ਗੱਲ ਦਾ ਡਰ ਸੀ, ਜਿਹੜੀ ਗੱਲ ਵਾਪਰਨੀ ਸੀ, ਸਾਹਮਣੇ ਆ ਗਈ। ਜਿਹੜਾ ਹਾਦਸਾ ਵਾਪਰਿਆ ਨਾ, ਸਾਹਮਣੇ ਆ ਗਿਆ। ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੁੰਗੈ ਨਿਤ ਭੇਡ। ਕਿਹੋ ਜਿਹੇ ਨਾਮ ਵਰਤੇ ਨੇ ਜੀ।
ਕਿਤੇ ਗਧੇ ਦਾ ਨਾਂ ਵਰਤਿਆ, ਕਿਤੇ ਝੋਟੇ ਦਾ ਨਾਂ ਵਰਤਿਆ, ਕਿਤੇ ਮਹਾਰਾਜ ਨੇ ਭੇਡ ਦਾ ਨਾਂ ਵਰਤਿਆ। ਕੰਮ ਉਲਟ ਹੋ ਗਿਆ। ਲੇਲੇ ਨੇ ਭੇਡ ਨੂੰ ਚੁੰਗਣਾ ਸੀ ਨਾ, ਇੱਥੇ ਕਬੀਰ ਜੀ ਕਹਿੰਦੇ ਲੇਲੇ ਕੋ ਚੁੰਗਾ ਨਿਤ ਭੇਡ। ਸਤਿਗੁਰੂ ਕਬੀਰ ਜੀ ਕਹਿੰਦੇ ਕੰਮ ਉਲਟਾ ਹੋ ਗਿਆ। ਹੁਣ ਇੱਥੋਂ ਇਹਨੂੰ ਧਿਆਨ ਨਾਲ ਸਮਝਿਓ ਜੀ। ਸਤਿਗੁਰੂ ਕਬੀਰ ਜੀ ਇੱਥੇ ਜਿਹੜੀ ਆਪਣੇ ਸਾਹਮਣੇ ਵਿਚਾਰ ਰੱਖ ਰਹੇ ਨੇ, ਸਤਿਗੁਰੂ ਕਬੀਰ ਜੀ ਇੱਥੇ ਕਹਿ ਰਹੇ ਨੇ, ਆਪਾਂ ਨੂੰ ਸਮਝਾ ਰਹੇ ਨੇ, ਹੇ ਕਬੀਰ ਆਖ ਮੈਨੂੰ ਤਾਂ ਇਹ ਅਜੀਬ ਤਮਾਸ਼ਾ ਸਮਝ ਆ ਗਿਆ, ਪ੍ਰਗਟ ਹੋ ਗਿਆ। ਤਮਾਸ਼ਾ ਇਹ ਹੈ ਕਿ ਸੰਸਾਰੀ ਜੀਵਾਂ ਦੀ ਜਿਹੜੀ ਬੁੱਧੀ ਹੈ ਨਾ, ਉਹ ਮਨ ਦੇ ਪਿੱਛੇ ਲੱਗੀ ਫਿਰਦੀ ਹੈ। ਸਾਡੀ ਬੁੱਧ ਦਾ ਅਰਥ ਕੀ ਹੈ ਜੀ? ਮਤ ਦਾ ਅਰਥ ਕੀ ਹੈ? ਲੇਲਾ। ਮਤ ਲੇਲੇ ਵਰਗੀ ਹੈ ਨਾ। ਇੱਥੇ ਮਨ ਪਿੱਛੇ ਤੁਰੀ ਫਿਰਦੀ ਹੈ, ਮਨ ਭੇਡ ਵਰਗਾ ਹੋ ਗਿਆ। ਲੇਲੇ ਕਉ ਚੁੰਗਾ ਨਿਤ ਭੇਡ। ਇਹ ਮਨ ਆ ਜਿਹੜਾ ਨਾ, ਬੁੱਧੀ ਹੈ ਜਿਹੜੀ, ਇਹ ਮਨ ਦੇ ਪਿੱਛੇ ਲੱਗੀ ਫਿਰਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਬੁੱਧੀ ਹੈ ਜਿਹੜੀ, ਇਹ ਮਨ ਦੇ ਪਿੱਛੇ ਲੱਗੀ ਫਿਰਦੀ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਝੀ ਪਾਈ। ਕਬੀਰ ਜੀ ਕਹਿ ਰਹੇ ਨੇ ਅਖੀਰ ਦੇ ਵਿੱਚ ਇਹ ਸਮਝ ਪੈ ਗਈ ਹੈ। ਹੇ ਕਬੀਰ ਆਖ ਸਤਿਗੁਰੂ ਨੇ ਸਮਝ ਬਖਸ਼ੀ ਹੈ, ਜਿਸ ਦੀ ਬਰਕਤ ਨਾਲ ਮੈਨੂੰ ਪ੍ਰਭੂ ਸਿਮਰਨ ਕਰਦਿਆਂ ਕਰਦਿਆਂ ਮੇਰੀ ਬੁੱਧ ਜਾਗ ਪਈ ਹੈ। ਮੇਰੀ ਜਿਹੜੀ ਬੁੱਧ ਲੇਲੇ ਵਰਗੀ ਹੋ ਗਈ ਸੀ ਨਾ, ਜਾਗ ਪਈ ਹੈ, ਮਨ ਦੇ ਪਿੱਛੇ ਤੁਰਨੋਂ ਹਟ ਗਈ ਹੈ। ਮਨ ਦੇ ਪਿੱਛੇ ਤੁਰਨੋਂ ਹਟ ਗਈ ਹੈ। ਹੁਣ ਮੇਰੀ ਬੁੱਧ ਸੀ ਜਿਹੜੀ ਸੁੱਤੀ ਪਈ ਸੀ ਵਿਕਾਰਾਂ ਦੇ ਵਿੱਚ, ਕਰਮ ਕਾਂਡਾਂ ਦੇ ਵਿੱਚ, ਜਾਗ ਪਈ ਹੈ। ਗੁਰੂ ਕਿਰਪਾ ਕਰੇ ਜੀ, ਸ਼ਬਦ ਦਾ ਜਿਹੜਾ ਭਾਵ ਇਹੋ ਗੱਲ ਕਹਿੰਦਾ। ਸਤਿਗੁਰੂ ਮਹਾਰਾਜ ਕਹਿੰਦੇ ਮਨੁੱਖ ਗੁਰੂ ਤੋਂ ਬੇਮੁਖ ਜਦੋਂ ਹੁੰਦਾ ਨਾ, ਕਿਉਂ ਹੁੰਦਾ? ਕਿਉਂਕਿ ਗੁਰੂ ਦੀ ਮੱਤ ਨਹੀਂ ਲੈ ਰਿਹਾ। ਸਾਰਿਆਂ ਨੂੰ ਬੇਨਤੀ ਹੈ ਭਾਈ, ਸ਼ਬਦ ਨੂੰ ਧਿਆਨ ਨਾਲ ਸਮਝਿਆ ਕਰੋ, ਸੁਣਿਆ ਕਰੋ। ਸ਼ਬਦ ਵਿੱਚ ਆਈਆਂ ਕੁਝ ਉਦਾਹਰਨਾਂ ਨੂੰ ਵੀ ਧਿਆਨ ਨਾਲ ਸਮਝਿਆ ਕਰੋ। ਗੁਰੂ ਸਾਹਿਬ ਜੀ ਇਹ ਬਾਣੀ ਵਿੱਚ ਕਿਉਂ ਲਿਖ ਰਹੇ ਨੇ, ਕਿਹਦੇ ਬਾਰੇ ਕਹਿ ਰਹੇ ਨੇ, ਕਿਉਂ ਮਹਾਰਾਜ ਵਾਰ-ਵਾਰ ਜ਼ਿਕਰ ਕਰਦੇ ਨੇ? ਭਾਈ ਕਬੀਰ ਜੀ ਇਹ ਗੱਲ ਕਹਿ ਰਹੇ ਨੇ, ਪਾਣੀ ਵਿੱਚੋਂ ਮਧਾਣੀ ਕੱਢ, ਸਹੀ ਜਗ੍ਹਾ 'ਤੇ ਮਧਾਣੀ ਪਾ, ਦੁੱਧ ਵਿੱਚ ਮਧਾਣੀ ਪਾ। ਆਪਣੇ ਮਨ ਨੂੰ ਵਿਕਾਰਾਂ ਵਿੱਚੋਂ, ਕਰਮ ਕਾਂਡਾਂ ਵਿੱਚੋਂ ਕੱਢੋ, ਛੱਡ ਦਿਓ ਚੌਂਕੀਆਂ ਭਰਣੀਆਂ। ਬਹੁਤ ਸਾਡੀ ਲੁੱਟ ਹੋ ਗਈ ਹੈ, ਗੁਰੂ ਤੋਂ ਦੂਰ ਹੋ ਗਏ ਹਾਂ, ਗੁਰਬਾਣੀ ਤੋਂ ਦੂਰ ਹੁੰਦੇ ਜਾਂਦੇ ਹਾਂ, ਗੁਰਬਾਣੀ ਦਾ ਗਿਆਨ ਵਿਸਰਦਾ ਜਾਂਦਾ ਹੈ। ਇੱਥੇ ਬੈਠਣ ਦਾ, ਇੱਥੇ ਆਉਣ ਦਾ ਇਹੀ ਅਰਥ ਹੈ ਜੀ, ਸਾਡਾ ਵਿਸ਼ਵਾਸ, ਸਾਡਾ ਭਰੋਸਾ ਕੇਵਲ ਗੁਰੂ ਗ੍ਰੰਥ ਸਾਹਿਬ 'ਤੇ ਹੋਣਾ ਚਾਹੀਦਾ। ਫਿਰ ਅਸੀਂ ਗੁਰੂ ਨੂੰ ਪ੍ਰਵਾਨ ਹਾਂ। ਗੁਰੂ ਕਿਰਪਾ ਕਰੇ ਜੀ, ਅਸੀਂ ਲੜੀਵਾਰ ਸ਼ਬਦਾਂ ਦੀ ਵਿਚਾਰ, ਆਪਾਂ 14 ਸ਼ਬਦ ਵਿਚਾਰ ਚੁੱਕੇ ਹਾਂ ਜੀ ਹੁਣ ਤੱਕ ਕਬੀਰ ਜੀ ਦੇ। ਕੱਲ੍ਹ ਨੂੰ ਅਗਲੇ ਸ਼ਬਦਾਂ ਦੀ ਵਿਚਾਰ ਸ਼ੁਰੂ ਹੋਣੀ ਹੈ। ਇਹ ਚੌਪਦੇ 4 ਪਦਿਆਂ ਵਾਲੇ ਸ਼ਬਦ ਸੀ, ਇੱਥੇ ਸਮਾਪਤ ਹੁੰਦੇ ਨੇ ਜੀ। ਕੱਲ੍ਹ ਨੂੰ 5 ਪਦਿਆਂ ਵਾਲੇ ਸ਼ਬਦ ਸ਼ੁਰੂ ਹੋਣਗੇ। ਆਓ ਗੁਰਮੁਖੋ, ਗੁਰੂ ਅਰਜਨ ਸਾਹਿਬ ਦਾ ਇਤਿਹਾਸ